यानी कि काफ़ी बारिश दी यानी कि कणियां तुसीं महसूस कर सकते हो इत्थे बहुत ज़्यादा। रहीम अस्सलाम वालेकुम वीवर, तुसीं देख रहे हो डेली व्लॉग्स। उम्मीद करने सारे भरा ठीक होणगे। अल्हम्दुलिल्लाह अल्लाह पाक दा शुक्र असीं भी ठीक हां जी वीवर्स। जिवें तुसीं कल साडा व्लॉग वेखिआ, असीं मौसम नूं बड़ी मुश्किल दे नाल मतलब जंगल दे विच रिसीव कीता इयां सानूं जिवें लोकेशन ट्रेस होई है और असीं उहनूं चुक के लैके आए उस्ताद दे घर, क्योंकि साडे कोल होर कोई हल कोई नहीं सी। जिहड़ी उहदी तबीयत दा हल सी उस टाइम, जिहड़ी उहदी तबीयत है सी, ਅਸੀਂ ਨਾ ਆਪਣੇ ਘਰ ਜਾਣ ਜੋਗੇ ਸੀ ਔਰ ਨਾ ਹੀ ਮਤਲਬ ਕਿਸੇ ਹੋਰ ਜਾਣ ਜੋਗੇ। ਅਗਰ ਅਸੀਂ ਹਸਪੀਟਲ ਵੀ ਲੈ ਕੇ ਜਾਂਦੇ ਤਾਂ ਸਭ ਤੋਂ ਪਹਿਲੇ ਉਹਨਾਂ ਨੂੰ ਵੈਰੀਫਿਕੇਸ਼ਨ ਕਰਨੀ ਸੀ ਕੀ ਹੋਇਆ ਕਿਵੇਂ ਹੋਇਆ। ਉਲਟਾ ਕੇਸ ਸਾਡੇ 'ਤੇ ਹੀ ਹੋਣਾ ਸੀ ਕਿ ਪਤਾ ਨਹੀਂ ਤੁਸੀਂ ਇਸ ਬੰਦੇ ਨੂੰ ਕੀ ਕੀਤਾ ਜਾਂ ਕਿਵੇਂ ਕੀਤਾ। ਲੇਕਿਨ ਇਹ ਵੇ ਕਿ ਅੱਲਾ ਦਾ ਸ਼ੁਕਰ ਹੈ ਫਿਰ ਇੱਥੇ ਮੁਹੱਲੇ ਦਾ ਡਾਕਟਰ ਹੀ ਸੱਦਿਆ। ਉਹਨਾਂ ਨੇ ਕਿਹਾ ਕਿ ਸਿਰਫ ਔਰ ਸਿਰਫ ਕੋਈ ਮਸਲੇ ਦੀ ਗੱਲ ਕੋਈ ਨਹੀਂ, ਸਿਰਫ ਇਹ ਵੇ ਕਿ ਇਹਨੂੰ ਪਹਿਲੇ ਸ਼ੂਗਰ ਹੈ, ਜਿਵੇਂ ਕਿ ਇਹਦਾ ਮਸਲੇ ਦੀ ਵਜ੍ਹਾ ਤੋਂ ਨਾ ਇਹਦੀ ਤਬੀਅਤ ਘੱਟ ਹੋਈ ਜਾਂ ਤੇਜ਼ ਹੋਈ ਹੈ, ਇਸ ਵਜ੍ਹਾ ਤੋਂ ਇਹਦੀ ਯਾਨੀ ਕਿ ਮਸਲਾ ਟੁਰਨ ਦੀ ਵਜ੍ਹਾ ਤੋਂ ਇਹਦੀ ਤਬੀਅਤ ਖਰਾਬ ਹੋ ਕੇ ਉੱਤੇ ਗਿਰ ਗਿਆ। ਔਰ ਫੋਨ ਵੀ ਨੇ ਇਹ ਤਾਂ ਸ਼ੁਕਰ ਹੈ ਕਿ ਮਤਲਬ ਹੈ ਜੰਗਲ ਦੇ ਵਿੱਚ ਕਿਸੇ ਰਸਤੇ ਦੇ ਵਿੱਚ ਹੁੰਦਾ ਤੇ ਕਿਸੇ ਨੇ ਇਹ ਤੁਸੀਂ ਵੇਖ ਸਕਦੇ ਹੋ। ਹੁਣ ਅਸੀਂ ਉਹਨੂੰ ਪਾਇਆ ਇੱਥੇ ਤੇ ਕਾਫੀ ਯਾਨੀ ਕਿ ਬਾਰਿਸ਼ ਹੋ ਰਹੀ, ਤੁਸੀਂ ਵੇਖ ਸਕਦੇ ਹੋ ਅੰਦਰ ਹੀ ਰੱਖਿਆ ਇਹਨੂੰ, ਯਾਨੀ ਕਿ ਕਾਫੀ ਬਾਰਿਸ਼ ਦੀ ਯਾਨੀ ਕਿ ਕਣੀਆਂ ਤੁਸੀਂ ਮਹਿਸੂਸ ਕਰ ਸਕਦੇ ਹੋ ਇੱਥੇ ਬਹੁਤ ਜ਼ਿਆਦਾ। ਤੂੰ ਕਿਵੇਂ ਜੰਗਲ 'ਚ ਆ ਗਿਆ ਹੈ ਜਾਂ ਕੀ ਕਿਵੇਂ ਭਜਿਆ? ਉੱਠ ਕੇ ਦੱਸ ਨਾ, ਮਤਲਬ ਹੁਣ ਕੋਈ ਕਿਵੇਂ ਲੱਗਾ? ਅਸੀਂ ਦਫਨਾਣ ਵਾਲਾ ਇੱਥੇ ਲਾਇਆ ਤੇਰਾ ਕਿਵੇਂ ਦਾ ਲਾਇਆ ਉਹਨਾਂ ਨੂੰ? ਯਾਰ ਮੇਰੇ ਹੱਥ ਬੰਨੇ ਹੋਏ ਸੀਗੇ ਜਦੋਂ ਉੱਥੇ ਮਕਾਨ ਤੇ ਉਹਨਾਂ ਨੇ ਮੈਨੂੰ ਫੜਿਆ ਸੀ ਨਾ, ਹੱਥ ਤੇ ਮੇਰੇ ਪਹਿਲਾਂ ਹੀ ਬੰਨੇ ਸੀ। ਉਹਨਾਂ ਦਾ ਬੰਦਾ ਆਇਆ, ਨੌਕਰ ਸੀ ਜਾਂ ਜਿਹੜਾ ਕੁਝ ਵੀ ਸੀਗੇ, ਉਹਨਾਂ ਤੇ ਸੀ ਨਾਲ ਹੀ ਘਰ ਦੇ ਵਿੱਚ ਸ਼ਾਦੀ ਹੈ ਜੋ ਤਾਂ ਸ਼ਾਦੀ ਉਹਨਾਂ ਦੀ ਹੈ ਸੀਗੀ ਘਰ ਦੇ ਵਿੱਚ ਤਕਰੀਬਨ। ਉਹ ਤੂੰ ਜਿਹੜੀ ਵੀਡੀਓ ਤੂੰ ਪਤਾ ਨਹੀਂ ਸਾਡੀ ਤੂੰ ਕਿਵੇਂ ਵੇਖੀ ਹੋਣੀ, ਉਸ ਸ਼ਾਦੀ ਦੇ ਉੱਤੇ ਮੈਂ ਜਿਹੜੇ ਮੌਲਵੀ ਨੇ ਜ਼ੁਲਮ ਕੀਤਾ ਸੀ ਨਾ, ਉਹ ਮੌਲਵੀ ਨੂੰ ਪਹਿਲੇ ਮੈਂ ਇੱਕ ਦਿਨ ਮਿਲਿਆ ਉੱਥੇ ਹੀ, ਲੇਕਿਨ ਉਹਨੇ ਮੈਨੂੰ ਪਹਿਲੇ ਨਹੀਂ ਸੀ ਵੇਖਿਆ, ਸਿਰਫ ਉਹ ਤੇਰੀ ਹੱਦ ਤੱਕ ਹੀ ਜਾਣਦਾ ਸੀ ਕਿਉਂਕਿ ਉਹ ਤੇਰੇ ਤੇ ਜ਼ੁਲਮ ਕਰਦੇ ਰਹੇ ਜਿਵੇਂ ਵੀ। ਉਹਨੇ ਮੈਂ ਆਖਿਆ ਯਾਰ ਮੈਨੂੰ ਬਹਾਦਰ ਖਾਨਾ ਮਿਲਣਾ, ਠੀਕ ਹੈ ਸਰ ਜੀ ਮਿਲਾ ਦਿੰਦੇ ਆ ਫਲਾਣ ਟਮਕਾਣ। ਉਹ ਕੁੜੀ ਹਵਾ ਲੇਲਾ ਐਸਾ ਅੰਦਰ ਗਿਆ, ਉਹ ਮੁੜ ਕੇ ਵਾਪਸ ਹੀ ਨਹੀਂ ਆਇਆ ਕਿ ਮੈਨੂੰ ਉਹਨੇ ਮਿਲਾਣਾ ਕਿ ਖੇ ਸੀ। ਮੈਂ ਉੱਥੋਂ ਭਾਈ ਜੀ ਫੇਰ ਵਾਪਸ ਹੋ ਕੇ ਨਾ ਗੱਡੀਆਂ ਦੇ ਕੋਲ ਬੈਠਾ ਰਿਹਾ, ਲੇਕਿਨ ਤਕਰੀਬਨ 2 ਤੋਂ 3 ਘੰਟੇ ਬੈਠਾ ਰਿਹਾ, ਉੱਥੇ ਕੋਈ ਬੰਦਾ ਕੋਈ ਨਹੀਂ ਆਇਆ। ਹੁਣ ਇਹ ਵੇ ਕਿ ਤੂੰ ਪਤਾ ਨਹੀਂ ਅੱਲਾ ਜ਼ਾਤ ਬਿਹਤਰ ਕਰਨ ਵਾਲੀ ਜਾਂ ਸਾਡੇ ਤੋਂ ਸਿੱਧ ਪੈਣੀ ਸੀ ਕਿ ਜਿਹੜਾ ਤੈਨੂੰ ਨਾ ਉੱਥੋਂ ਨੱਠ ਪਿਆ ਜਾਂ ਉਹਨਾਂ ਆਪਣੇ ਕੰਮ ਦੇ ਵਿੱਚ ਮਸਰੂਫ ਹੋ ਗਏ ਨੇ, ਕਿਸ ਤਰ੍ਹਾਂ ਹੋ ਗਏ ਨੇ, ਇਹ ਤਾਂ ਹੁਣ ਤੂੰ ਬਿਹਤਰ ਜਾਣਨਾ ਜਾਂ ਰੱਬ ਦੀ ਜ਼ਾਤ ਬਿਹਤਰ ਜਾਣਦੀ। ਉਹਨਾਂ ਨੇ ਮੈਨੂੰ ਜ਼ਿਆਦਾਤਰ ਉਸੇ ਮਕਾਨ ਦੇ ਵਿੱਚ ਹੀ ਰੱਖਿਆ ਹੈ ਕਿਉਂਕਿ ਉਹਨਾਂ ਦੀ ਨਾ ਈਦ ਤੋਂ ਬਾਅਦ ਫੌਰਨ ਸ਼ਾਦੀ ਸ਼ੁਰੂ ਹੋ ਗਈ ਸੀ। ਉਹਨਾਂ ਦੀ ਇੱਕ ਵੀ ਨਹੀਂ ਕੋਈ 2-3 ਸ਼ਾਦੀਆਂ ਸੀਗੀਆਂ ਇਕੱਠੀਆਂ ਉਸੇ ਘਰ ਦੇ ਵਿੱਚ। ਉਹਨਾਂ ਨੇ ਜ਼ਿਆਦਾ ਉੱਥੇ ਰੱਖਿਆ, ਉੱਥੇ ਮੈਨੂੰ ਦੇਖਭਾਲ ਕਰਦੇ ਸੀ, ਯਾਨੀ ਕਿ ਕਦੀ ਕਿਤੇ ਕੋਈ ਸੁੱਕੀ ਰੋਟੀ ਜਾਂ ਕਾਵੇ ਦਾ ਪਿਆਲਾ ਆਣ ਕੇ ਦੇ ਜਾਣਾ। ਮੈਨੂੰ ਦਵਾਈ ਵੀ ਮੁੱਕੀ ਹੋਈ ਸੀ, ਇਹਦੀ ਵਜ੍ਹਾ ਤੋਂ ਮੇਰੀ ਕੱਲ ਜ਼ਿਆਦਾ ਤਬੀਅਤ ਖਰਾਬ ਹੋ ਗਈ ਸੀ। ਉਹਨਾਂ ਨੂੰ ਮੈਂ ਕਹਿੰਦਾ ਰਿਹਾ ਕਿ ਮੇਰੇ ਨਾਲ ਸ਼ੂਗਰ ਦਾ ਮਸਲਾ ਹੈ ਕਿ ਮੈਨੂੰ ਇਸ ਨਾਮ ਦੀ ਦਵਾਈ ਲਿਆਉਣ ਦਿਓ, ਕਿ ਤੈਨੂੰ ਦਵਾਈ ਨਹੀਂ ਦੇਣੀ, ਤੂੰ ਇੱਥੇ ਮਰਦਾ ਮਰ ਜਾਵੇਂ, ਦਵਾਈ ਨਹੀਂ ਤੈਨੂੰ ਦੇਣੀ। ਲੇਕਿਨ ਰੱਬ ਦੀ ਕਰਨੀ ਇਹ ਸੀ ਕਿ ਉਹਨਾਂ ਦਾ ਵਲੀਮਾ ਸੀ ਜਾਂ ਕੀ ਸੀਗਾ, ਸਾਰੇ ਮਹਿਮਾਨ ਉੱਧਰ ਇਕੱਠੇ ਹੋਏ, ਰੋਟੀ ਪਾਣੀ ਖਵਾਉਣ ਦਾ ਟਾਈਮ ਹੋਇਆ ਨਾ ਜਦੋਂ ਉਹਨਾਂ ਦਾ ਸ਼ਾਮ ਦਾ ਆਏ, ਮੇਰੇ ਦੇ ਕੋਲ ਮੋਬਾਈਲ ਵੀ ਚਾਰਜਿੰਗ ਤੇ ਲਾ ਗਏ, ਉਹਨਾਂ ਦਾ ਆਪਣਾ ਵੀ ਤੇ ਮੇਰਾ ਵੀ ਉੱਥੇ ਹੀ ਲੱਗਾ ਪਿਆ ਸੀਗਾ। ਮੈਂ ਮੋਬਾਈਲ ਆਪਣਾ ਹੱਥ ਤੇ ਕੀਤਾ ਤੇ ਉੱਥੋਂ ਜਿਵੇਂ ਹੀ ਉਹ ਗਿਆ ਨਾ, ਉਹਨਾਂ ਦਾ ਕੁੰਡਾ ਲਾਇਆ, ਦਰਵਾਜ਼ੇ ਵਾਲੀ ਸਾਈਡ ਤੋਂ ਨਹੀਂ ਮੈਂ ਨਿਕਲਿਆ। ਮੈਂ ਕਿਹਾ ਸ਼ਾਇਦ ਕੋਈ ਨਾ ਕੋਈ ਬੰਦਾ ਹੋਵੇ। ਉਹਨਾਂ ਦੀ ਮੈਂ ਹਵੇਲੀ 'ਚ ਆਇਆ, ਕੰਧ ਟੱਪੀ ਹੈ ਬਾਹਰ ਤੇ ਉੱਥੋਂ ਨੱਸ ਪਿਆ। ਨੱਸਦਿਆਂ ਫਿਰ ਰਾਤ ਮੈਨੂੰ ਜਿਹੜੇ ਅਸੀਂ ਜੰਗਲ ਦੇ ਵਿੱਚ ਤੈਨੂੰ ਮਤਲਬ ਪਾਇਆ ਤੂੰ ਉਹ ਦਿਨੇ ਉੱਥੇ ਪਹੁੰਚ ਗਿਆ ਯਾਨੀ ਕਿ ਟੁਰਦੇ ਰਾਤ ਤੈਨੂੰ ਉੱਥੇ ਪਈ? ਨਹੀਂ, ਉਹ ਜਿਹੜੀ ਰਾਤ ਹੈ ਨਾ, ਮੈਂ ਉੱਥੋਂ ਹੀ ਥੋੜਾ ਜਿਹਾ ਸਾਈਡ ਤੇ ਹੋ ਕੇ ਕਿਤੇ ਕੱਢੀ ਹੈ, ਤੁਰਦੇ ਜੰਗਲ ਦੇ ਵਿੱਚ ਅੱਗੇ ਜਾ ਕੇ ਫਿਰ ਮੈਂ ਰੈਸਟ ਕੀਤੀ ਹੈ। ਕੋਈ ਖੋਲੇ ਜਿਹਾ ਲੱਭ ਗਏ ਸੀਗੇ ਮੈਨੂੰ ਉਹਨਾਂ ਦੇ ਵਿੱਚ। ਫਿਰ ਅਗਲੇ ਦਿਨ ਮੈਂ ਸਵੇਰ ਤੁਰਿਆ ਉੱਥੋਂ। ਜਦੋਂ ਤੈਨੂੰ ਕਾਲ ਕੀਤੀ ਦਿਲ ਨੂੰ ਤੂੰ ਜੀ ਉਸ ਟਾਈਮ ਤੁਰਿਆ ਆ, ਉਹ ਕੋਈ ਮੋਟਰਸਾਈਕਲ ਤੇ ਬੰਦੇ ਆ ਰਹੇ ਸੀਗੇ, ਲਿਫਟ ਲਈ ਉਹਨਾਂ ਦੇ ਕੋਲੋਂ। ਉਹ ਐਵੇਂ ਅੱਗੇ ਤਾਰਦੇ ਆਏ। ਮੈਂ ਤਕਰੀਬਨ 2-3 ਬੰਦਿਆਂ ਕੋਲੋਂ ਲਿਫਟਾਂ ਲਈਆਂ। ਇਸ ਤਰੀਕੇ ਨਾਲ ਅੱਗੇ ਕਰਦਿਆਂ ਨਾ ਜੰਗਲ ਦੇ ਕੋਲ ਕਰੀਬ ਆਣ ਕੇ ਮੇਰੀ ਤਬੀਅਤ ਕਾਫੀ ਜ਼ਿਆਦਾ ਖਰਾਬ ਹੋ ਗਈ। ਫਿਰ ਤੁਰ ਕੇ ਅਸੀਂ ਕਾਲਾਂ ਤੈਨੂੰ ਕਰ ਰਹੇ ਹਾਂ, ਦਿਲ ਕਾਲ ਕਰ ਰਿਹਾ, ਮੈਂ ਕਾਲ ਕਰ ਰਿਹਾ, ਇੱਕ ਵੀ ਤੇਰਾ ਨੰਬਰ ਕਾਲ ਕੋਈ ਅਟੈਂਡ ਕਰ ਹੀ ਨਹੀਂ ਰਿਹਾ। ਫਿਰ ਅਸੀਂ ਉੱਥੇ ਹੀ ਯਾਨੀ ਕਿ ਉਸਤਾਦ ਨੇ ਸਾਨੂੰ ਇੱਕ ਬੰਦੇ ਦੀ ਰੈਫਰੈਂਸ ਨਾਲ ਭੇਜਿਆ। ਉਹ ਬੰਦਾ ਸਮਝ ਲਿਆ ਕਿ ਅਸੀਂ ਸਿਰਫ ਸਮਝ ਲਿਆ ਕਿ ਪੁਲਿਸ ਲਾਈਨ ਦਾ ਬੰਦਾ ਜਿਹਨੇ ਸਾਨੂੰ ਲੋਕੇਸ਼ਨ ਕੱਢ ਕੇ ਦਿੱਤੀ, ਠੀਕ ਹੈ। ਉਹਨੇ ਲੋਕੇਸ਼ਨ ਸਾਨੂੰ ਕੱਢ ਕੇ ਦਿੱਤੀ, ਫਲਾਣੀ ਜਗ੍ਹਾ ਤੋਂ ਮੋਬਾਈਲ ਪਿਆ ਔਰ ਉੱਥੋਂ ਜਾ ਕੇ ਤੁਸੀਂ ਬੰਦਾ ਹੈ ਜਾਂ ਨਹੀਂ ਹੈ, ਲੇਕਿਨ ਜਿਹੜੀ ਆਖਰੀ ਮਤਲਬ ਮੋਬਾਈਲ ਦੀ ਲੋਕੇਸ਼ਨ ਹੈ ਨਾ, ਜਿਹੜੀ ਸਿਮ ਦੀ ਟਰੇਸਿੰਗ ਹੈ, ਉਹ ਤੁਹਾਨੂੰ ਫਲਾਣੀ ਜਗ੍ਹਾ 'ਤੇ ਮਿਲੇਗੀ। ਅਸੀਂ ਉੱਥੋਂ ਰਕਸ਼ੇ ਬੈਠੇ ਹਾਂ, ਉਹ ਮੇਨ ਸੜਕ ਦੇ ਇੱਥੇ ਮੇਨ ਸੜਕ ਲੱਥ ਕੇ ਦੇਰ ਤੱਕ ਪਹੁੰਚੇ ਹਾਂ। ਚਲੋ ਇਹ ਅੱਲਾਹ ਪਾਕ ਦਾ ਲੱਖ ਸ਼ੁਕਰ ਹੈ ਕਿ ਤੂੰ ਖੈਰੋ ਖਰੀਰ ਨਾਲ ਸਾਨੂੰ ਮਿਲ ਗਿਆ। ਮੈਂ ਉਦੋਂ ਤਬਦੀਲ ਬੜੀ ਟੈਨਸ਼ਨ ਦੇ ਵਿੱਚ ਸਾਂ ਕਿ ਯਾਰ ਪਤਾ ਨਹੀਂ ਇਹਨੂੰ ਮਾਰਿਆ ਨੇ ਜਾਂ ਕਿਵੇਂ ਬੇਹੋਸ਼ ਕਿਉਂ ਹੋਇਆ।
ਇਹ ਤਾਂ ਸਾਨੂੰ ਉਦੋਂ ਸਕੂਨ ਆਇਆ ਜਦੋਂ ਡਾਕਟਰ ਨੇ ਆਣ ਕਿਹਾ ਵੀ ਇਹਦੀ ਸ਼ੂਗਰ ਲੋ ਹੋਈ ਸੀ, ਜਿਹਦੀ ਵਜ੍ਹਾ ਤੋਂ ਨਾ ਇਹ ਮਤਲਬ ਜ਼ਿਆਦਾ ਚੱਲਣ ਦੀ ਵਜ੍ਹਾ ਤੋਂ ਥਕਾਵਟ ਦੀ ਵਜ੍ਹਾ ਨਾਲ ਮਸਲਾ ਇਹਦਾ ਬਣਿਆ। ਕਿਉਂਕਿ ਈਦ ਦੇ ਦਿਹਾੜਾਂ ਦਾ ਤੇ ਮੈਂ ਉਹਨਾਂ ਦੇ ਹੱਥੇ ਕਾਬੂ ਆਇਆ ਸੀ, ਕੋਈ ਦਵਾਈ ਨਹੀਂ ਖਾਦੀ, ਕੋਈ ਚੀਜ਼ ਨਹੀਂ। ਇੱਕ ਜ਼ਿਆਦਾ ਨਾ ਭੁੱਖ ਦੀ ਵਜ੍ਹਾ ਤੋਂ ਮੇਰੀ ਤਬੀਅਤ ਖਰਾਬ ਹੋ ਗਈ ਸੀ। ਸ਼ੂਗਰ ਤੇ ਮੇਰੀ ਪਹਿਲੇ ਵੀ ਸੈੱਟ ਸੀਗੀ, ਇਹ ਭੁੱਖ ਦੀ ਵਜ੍ਹਾ ਤੋਂ ਨਾ ਮੇਰੀ ਸ਼ੂਗਰ ਫੇਰ ਜ਼ਿਆਦਾ ਹਾਈ ਹੋ ਗਈ। ਚਲੋ ਇਧਰੋਂ ਮੌਸਮ ਵੀ ਅਲਹਮਦੁਲਿਲਾ ਆ ਗਿਆ, ਹੁਣ ਸਾਰੇ ਕੰਮ ਓਕੇ ਹੋਗਾ। ਹੁਣ ਤੁਸੀਂ ਮੈਨੂੰ ਦੱਸੋ ਘਰ ਜਾਣਾ ਜਾਂ ਆਪਾਂ ਸੋਨੇ ਪਿੱਛੇ ਜਾਣਾ? ਮੈਨੂੰ ਟੈਨਸ਼ਨ ਆ ਮੌਸਮ ਕਾਰ ਦੀ। ਮੈਂ ਘਰ ਐਵੇਂ ਗਿਆ ਨਾ ਖਾਲੀ ਹੱਥ, ਤੇ ਉਹ ਕਾਰ ਵਾਲੇ ਜੋ ਵਸੀਮ ਦਾ ਬੋ ਨਾ ਸਾਡੇ ਸਿਰ ਬਣਾਵਾ ਤੇ ਆਪਣੀ ਫਿਰ ਲੜਾਈ ਹੋਣੀ ਉਹਨਾਂ ਨਾਲ। ਮੈਂ ਇਹਨੂੰ ਕਹਿਣ ਡਿਆ ਵੀ ਜਿੱਦਾਂ ਉਹ ਕੋਡੂ ਕਹਿ ਰਿਹਾ ਸੀ ਨਾ ਵੀ ਲਾਹੌਰ ਸ਼ਾਲੀਮਾਰ ਜਾ ਕੇ ਬੰਦੇ ਤਸਵੀਰ ਲੈ ਲੈ ਜਾਂ ਬੰਦੇ ਦਾ ਨੰਬਰ ਲੈ ਲੈ, ਕੋਡੂ ਕੋ ਮੁਤਮੈਨ ਕਰਕੇ, ਕੋਡੂ ਆਪਣੇ ਹੱਥਾਂ 'ਚ ਹੀ ਆ, ਠੀਕ ਆ। ਮੁਤਮੈਨ ਕਰਕੇ ਉਹ ਨੰਬਰ ਲੈ ਕੇ ਟਰੇਸ ਕਰਵਾ ਨੰਬਰ, ਜਾਂ ਉਸਤਾਦ ਨੰਬਰ ਜਾਂ ਮੌਸਮ ਨੇ ਨੰਬਰ ਟਰੇਸ ਕੀਤਾ, ਉਹਨੂੰ ਕਹਿੰਦੇ ਵੀ ਉਹ ਬੰਦੇ ਦਾ ਨੰਬਰ ਟਰੇਸ ਕਰ ਤੇ ਸਾਨੂੰ ਉਹ ਜਗ੍ਹਾ ਤੇ ਲੈ ਚੱਲ। ਉਹ ਜਿੱਥੇ ਲੋਕੇਸ਼ਨ ਟਰੇਸ ਹੋਣ ਦੀ, ਉਹ ਜਿਹੜਾ ਬੰਦਾ ਨਾਲ ਧੋਖਾ ਕਰ ਗਿਆ। ਗੱਲ ਤੇਰੀ ਵੀ ਠੀਕ ਹੈ ਕਿ ਉਹਨਾਂ ਨੇ ਨਾ ਆਪਾਂ ਘਰ ਜਾਈਏ ਤੇ ਗੱਡੀ ਦਾ ਬੜਾ ਮਸਲਾ ਬਣਨਾ ਆ। ਘਰ ਵਾਲੇ ਹਾਲੇ ਤਾਂ ਪੁੱਛ ਨਹੀਂ ਨਾ ਰਹੇ ਕਿ ਵੀ ਉਹਨਾਂ ਨੂੰ ਪਤਾ ਕਿ ਵੀ ਉਹ ਫਿਰਦੇ ਨੇ ਉਹਨਾਂ ਦੇ ਕੋਲ ਹੀ ਹੈ ਗੱਡੀ, ਕਿਉਂਕਿ ਉਹਨਾਂ ਨੂੰ ਪੈਸਿਆਂ ਨਾਲ ਕਰ ਆਪਾਂ ਉਹਨਾਂ ਨੂੰ ਦੇਣੀ ਹੈ ਰੈਂਟ, ਕੁਛ ਐਡਵਾਂਸ ਦੇ ਆਏ ਸੀਗੇ। ਉਹ ਬਾਕੀ ਉਸਤਾਦ ਦਾ ਬੰਦਾ ਉਹਨੂੰ ਕਹਿੰਦੇ ਵੀ ਨੰਬਰ ਟਰੇਸ ਕਰ ਦੋ, ਕੋਲ ਜਾਂਦੇ ਆ ਨੰਬਰ ਵੀ ਟਰੇਸ ਕਰਕੇ ਹੁਣ ਆਪਾਂ ਕੱਲਿਆਂ ਨਹੀਂ ਜਾਣਾ ਯਾਰ, ਕਿਸੇ ਨਾ ਕਿਸੇ ਦੀ ਮਦਦ ਲੈ ਕੇ ਫਿਰ ਇੱਥੇ ਜਾਵਾਂਗੇ। ਯਾਰ ਬਹਾਦਰਾਂ ਕੋਲ ਨਹੀਂ ਜਾਣਾ ਆਪਾਂ। ਤੂੰ ਤਾਂ ਫੜਿਆ ਗਿਆ ਨਾ, ਤੈਨੂੰ ਇਸ ਚੀਜ਼ ਦਾ ਨਹੀਂ ਪਤਾ ਚੱਲਿਆ। ਜੈਸਾ ਮਹਿਲ ਛੁੱਟਿਆ ਨਾ ਉਹ ਬੰਦਾ ਸਾਨੂੰ ਅਦੀਲ ਜਦੋਂ ਬੰਦਾ ਲੈ ਕੇ, ਜਿੱਦਾਂ ਤੂੰ ਗਿਆ ਬੰਦੇ ਦੇ ਪਿੱਛੇ ਗਿਆ ਹੈ, ਠੀਕ ਹੈ, ਉਹ ਜਿਹੜਾ ਬੰਦਾ ਮੌਲਵੀ ਸੀ ਉਹਦੇ ਪਿੱਛੇ ਜਦੋਂ ਗਿਆ ਤੇ ਤੈਨੂੰ ਮੈਂ ਕਿਹਾ ਕਿ ਤੂੰ ਪਤਾ ਕਰ ਗਿਆ, ਤੂੰ ਤੇ ਉਦਾਂ ਦੇ ਉਹਨਾਂ ਦੇ ਗਿਫਟ ਵਿੱਚ ਆ ਗਿਆ। ਤੇ ਮੈਨੂੰ ਬੰਦਾ ਛਡਵਾ ਕੇ ਲਿਆ, ਮੈਂ ਸੋਨਾ ਲਾਲੇ ਦਿੱਤਾ ਸੀ। ਉਹ ਸਾਡੇ ਬੰਦੇ ਨਾਲ ਬਿਲਕੁਲ ਮੁਖਲਸ ਹੋ ਗਿਆ, ਸਾਡੇ ਨਾਲ ਕੋਡੂ ਵੀ ਤੇ ਉਹ ਵੀ। ਤੇ ਉਹ ਇੱਕ ਰਾਤ ਸਾਡੇ ਕੋਲ ਰਿਹਾ ਵਾ, ਰਾਤ ਸਾਡਾ ਸੋਨਾ ਵੀ ਚੁੱਕ ਕੇ ਭੱਜ ਗਿਆ ਤੇ ਆਪ ਵੀ ਗਾਇਬ ਹੋ। ਫਿਰ ਕੋਡੂ ਆ ਪੁੱਛਿਆ ਵਾ, ਕੋਡੂ ਕਹਿੰਦਾ ਉਹ ਬੰਦਾ ਵਾ ਲਾਹੌਰ ਗਿਆ, ਕਹਿੰਦਾ ਮੈਨੂੰ ਰਾਬਤਾ ਮੇਰਾ ਕੀਤਾ, ਦੱਸ ਕੇ ਗਿਆ ਸੀ ਲਾਹੌਰ ਸ਼ਾਲੀਮਾਰ ਆ ਕੋਈ, ਉੱਥੇ ਰਹਿਣ ਡਿਆ ਉਹ ਬੰਦਾ। ਤੇ ਮੈਂ ਇਹ ਕਹਿਣਾ ਵੀ ਬੰਦੇ ਦਾ ਨੰਬਰ ਕੋਡੂ ਕੋਲ ਹੈ, ਉਹ ਲੋਕੇਸ਼ਨ ਟ੍ਰੇਸ ਕਰਾ। ਸ਼ਾਲੀਮਾਰ ਨੇ ਸ਼ਾਲਾਮਾਰ ਬਾਗ ਜਿਹੜੀ ਸ਼ਾਇਦ ਸਾਰਾ ਕਿਹੜਾ ਕਦੀ ਲਾਹੌਰ ਗਏ ਉੱਥੇ, ਲਾਹੌਰ ਸ਼ਾਲੀਮਾਰ ਦੇ ਸ਼ਾਲਾਮਾਰ ਨਹੀਂ ਗਏ। ਤੇ ਮੈਂ ਇਹ ਕਹਿ ਰਿਹਾ ਟ੍ਰੇਸ ਕਰਾ ਕੇ ਉਹ ਬੰਦੇ ਤੋਂ ਕੋਲ ਪਹੁੰਚੀ ਹੈ। ਸ਼ਾਲਾਮਾਰ ਤੇ ਉੱਥੇ ਤੇ ਕੋਈ ਟੈਨਸ਼ਨ ਨਹੀਂ, ਉੱਥੇ ਵੀ ਆਪਣੇ ਕਾਫੀ ਵਾਕਫੀਅਤ ਵਾਲੇ ਬੰਦੇ ਹੋਰ ਦੀ ਤੇ ਆਪਾਂ ਨੂੰ ਟੈਨਸ਼ਨ ਕੋਈ ਨਹੀਂ ਹੈ। ਉੱਥੇ ਆਪਣੇ ਨਾਲ ਤਾਵਨ ਵੀ ਕਰਨਗੇ ਔਰ ਉੱਥੇ ਆਪਾਂ ਨੂੰ ਰਹਿائش ਵੀ ਮਿਲ ਸਕਦੀ ਹੈ, ਕਿਉਂਕਿ ਰਿਸ਼ਤੇਦਾਰ ਬਰਾਦਰੀ ਵੀ ਕਾਫੀ ਜ਼ਿਆਦਾ ਉੱਥੇ ਬੈਠੀ ਹੈ ਆਪਣੀ। ਤੇ ਸ਼ਾਲਾਮਾਰ ਦੇ ਨਾਲ ਹੀ ਉੱਥੇ ਜਿਨ੍ਹਾਂ ਕੋਲ ਮੈਂ ਕੰਮ ਕਰਦਾ ਰਿਹਾ ਪਹਿਲੇ, ਨੈਕ ਵੀ ਉੱਥੋਂ ਦੇ ਹੀ ਨੇ। ਤੇ ਆਪਾਂ ਬੰਦਿਆਂ ਨੂੰ ਬਿਮਾਰੀ ਹੈ ਕਿ ਵੀ ਤੁਸੀਂ ਤੁਹਾਡੇ ਸਾਹਮਣੇ ਆਣ ਕੇ ਕੋਈ ਬੰਦਾ ਵੀ ਮੋਮ ਹੋਵੇ, ਤੁਸੀਂ ਉਸ ਤੇ ਬਿਲਕੁਲ ਜਿਹੜਾ ਨਾ ਉਹ ਰਹਿਮ ਖਾ ਜਾਂਦੇ ਹੋ। ਪਤਾ ਨਹੀਂ ਕਿੰਨਾ ਕੁ ਨੇਕ ਬੰਦਾ ਹੈ, ਕਿੰਨਾ ਕਿ ਇਮਾਨਦਾਰ ਬੰਦਾ, ਤੁਸੀਂ ਹਰ ਬੰਦੇ ਤੇ ਤੁਸੀਂ ਇਤਮਾਦ ਕਰ ਜਾਂਦੇ ਹੋ। ਤੁਹਾਡੀ ਅਕਲਦਾਨੀ ਜਿਹੜੀ ਹੈ ਨਾ ਇੰਨੀ ਯਾਰ ਸਾਡੇ ਕੋਲ ਹੁਣ ਹਾਲ ਵੀ ਅਸੀਂ ਨਾ ਕੋਡੂ ਤੋਂ ਯਕੀਨ ਕਰਨ ਦਾ, ਔਰ ਕੀ ਕਰਦੇ ਸਾਨੂੰ ਇਹ ਦੱਸ। ਕੋਡੂ ਤੇ ਹਾਲ ਨਹੀਂ ਸੀ ਜਿਹੜਾ ਬੰਦਾ ਸੋਨਾ ਚੱਕ ਕੇ ਭੱਜਿਆ। ਤੁਸੀਂ ਆਪਣੇ ਯਾਰ ਇੰਨੇ ਕੁ ਪਾਗਲ ਹੋ ਗਏ ਤੁਸੀਂ ਆਪਣਾ ਸਮਾਨ ਵੀ ਨਹੀਂ ਧੋਖਾ ਦੇ ਗਿਆ। ਬਹਾਦਰ ਜੰਮਿਆ ਪਲਿਆ, ਬਹਾਦਰਾਂ ਨੂੰ ਪਾਲਿਆ ਪੋਸਿਆ ਵਾ, ਉਹਨੂੰ ਧੋਖਾ ਦੇ ਗਿਆ ਸਾਡੇ ਪਿੱਛੇ। ਅਸਾਂ ਤਾਂ ਉਹਨਾਂ ਮੁਖਲਸ ਹੋਣਾ ਵੀ, ਅਸਾਂ ਉਹਨੂੰ ਇਹ ਵੀ ਨਹੀਂ ਦੱਸਿਆ ਵੀ ਸਾਡਾ ਸੋਨਾ ਕਿੱਥੇ ਪਿਆ, ਕਿਤੇ ਨੂੰ ਕੋਡੂ ਚਵਲ ਮਾਰੀ ਆ। ਅੱਜ ਕੱਲ ਕੋਈ ਬੰਦਾ ਇੱਕ ਚੰਡ ਵੀ ਜਿਹੜਾ ਨਾ ਬਰਦਾਸ਼ਤ ਨਹੀਂ ਕਰਦਾ। ਉਹਨਾਂ ਨੇ ਮੇਰੇ ਨਾਲ ਉਹ ਜ਼ੁਲਮ ਕੀਤਾ, ਮੈਂ ਫਿਰ ਵੀ ਹੱਸਦਾ ਰਿਹਾ ਅੱਗੋਂ। ਮੈਂ ਕਿਹਾ ਜਿੰਨਾ ਮਰਜ਼ੀ ਜ਼ੁਲਮ ਕਰੋ, ਉਹਨੇ ਆਪਣੇ ਦੋਸਤਾਂ ਨੂੰ ਸਾਦਾ ਇੱਥੇ, ਮੈਂ ਕਿਹਾ ਉਹਨਾਂ ਨੂੰ ਨਹੀਂ ਸਾਧਣਾ ਹੋਏ। ਅੱਛਾ ਯਾਰ, ਸਾਰੀਆਂ ਗੱਲਾਂ ਠੀਕ ਨੇ, ਲੇਕਿਨ ਮੇਰਾ ਮਸ਼ਵਰਾ ਇਹ ਹੈ ਜੇ ਬਿਲਫਰ ਜਿੱਥੇ ਵੀ ਤੁਸੀਂ ਸਲਾਹ ਕਰਦੇ ਹੋ, ਜਿਹੜਾ ਮਸ਼ਵਰਾ ਕਰਦੇ ਹੋ ਠੀਕ ਕਰ ਰਹੇ ਹੋ, ਲੇਕਿਨ ਸਭ ਤੋਂ ਪਹਿਲੇ ਇੱਕ ਦਫਾ ਘਰ ਚੱਲੀਏ। ਸਾਨੂੰ ਅੱਜ ਤਕਰੀਬਨ 1.5 ਮਹੀਨਾ ਹੋ ਚੱਲਿਆ, 2 ਮਹੀਨੇ ਮੇਰੇ ਖਿਆਲ ਹੋ ਚੱਲੇ ਲਗਭਗ, ਕਿ ਅਸੀਂ ਜਦੋਂ ਆਦਮ ਦੇ ਪਿੱਛੇ ਆਏ ਸਾਂ ਤੇ ਆਪਣੇ ਮਸਲੇ ਦੇ ਵਿੱਚ ਇਨਵੋਲਵ ਹੋਏ ਹਾਂ। ਸਾਨੂੰ ਉਹ ਕੋਡੂ ਫਲਾਣ ਟਮਕਾਣ ਇੰਨੇ ਟੈਨਸ਼ਨ ਵਿੱਚ ਗੁਜ਼ਰ ਕੇ ਅੱਗੋਂ ਜਿਵੇਂ ਤੁਸੀਂ ਆਂਦੇ ਇੱਕ ਦਫਾ ਘਰ ਵਾਲਾ ਮਿਲ ਲਈਏ, ਜਾਂ ਫਿਰ ਐਵੇਂ ਕਰਦੇ ਆ ਤੁਸੀਂ ਦੋਵੇਂ ਘਰ ਚਲੇ ਜਾਓ, ਮੈਂ ਰਹਿਣਾ ਹੈ ਇੱਥੇ। ਉਹਦੀ ਵਜ੍ਹਾ ਫਿਰ ਇਹ ਨਾ ਪੁੱਛੋ ਕਿਉਂ, ਕਿਉਂਕਿ ਤੁਸੀਂ ਚਲੇ ਜਾਓਗੇ ਕਹੋ ਅਬ ਅਗਰ ਤਿੰਨੇ ਜਣੇ ਆਪਾਂ ਚਲੇ ਗਏ, ਉਹਨਾਂ ਨੇ ਕਹਿਣਾ ਗੱਡੀ ਕਿੱਥੇ ਹੈ ਯਾਰ। ਇਸ ਤਰ੍ਹਾਂ ਮੈਂ ਇੱਥੇ ਰਹਿਣਾ ਨਾ, ਤੁਸੀਂ ਕਹਿਣ ਵਾਲੇ ਹੋਵੋਗੇ ਮੇਰੀ ਗੱਲ ਨਾ ਮੋਸਨ ਕੋਲ ਹੈ। ਮੇਰੀ ਗੱਲ ਸੁਣੋ, ਘਰ ਇਸ ਤਰ੍ਹਾਂ ਜਾਂਦੇ ਆ ਕਿ ਅਸੀਂ ਬਿਲਫਰ ਸਵੇਰ ਕੱਲ ਇੱਥੋਂ ਨਿਕਲਨੇ ਆ, ਇੱਥੋਂ ਨਿਕਲਾਂਗੇ ਅਸੀਂ ਘੱਟੋ ਘੱਟ ਵੀ ਰਾਤੀ ਤਕਰੀਬਨ 11 ਤੋਂ 12 ਵਜੇ ਤੱਕ ਪਹੁੰਚਣਾ। ਤਕਰੀਬਨ ਸਾਨੂੰ 16-17 ਘੰਟੇ ਲੱਗ ਜਾਣੇ ਇੱਥੋਂ ਜਾਂਦੇ ਆ। ਠੀਕ ਹੋ ਗਿਆ, ਇੰਨਾ ਟਾਈਮ ਲੱਗ ਜਾਣਾ। ਸਮਝ ਲੈ ਰਾਤੀ ਘਰ ਜਾਵਾਂਗੇ, ਮਿਲਾਂਗੇ ਸਵੇਰ, ਮਤਲਬ ਤਕਰੀਬਨ 6 ਵਜੇ ਨਿਕਲ ਪਾਂਗੇ ਅਗਲੀ ਸਾਈਡ ਦੇ ਜਿੱਥੇ ਤੁਸੀਂ ਕਹਿੰਦੇ ਉੱਥੇ ਜਾਣ ਵਾਸਤੇ, ਲਾਹੌਰ ਜਾਣ ਵਾਸਤੇ। ਉਸ ਤੋਂ ਬਾਅਦ ਜਿੱਥੇ ਹੁਣ ਤੁਹਾਡਾ ਆਖੇਗਾ ਦਿਲ ਆਖੇਗਾ ਵੀ ਉੱਥੇ ਟੁਰ ਚੱਲਾਂਗੇ। ਫਿਲਹਾਲ ਇਹ ਜ਼ਹਿਨ ਬਣਾਓ ਕਿ ਵੀ ਕੀ ਸੀ, ਇਹ ਬਿਹਤਰ ਖਿਆਲ ਹੈ ਜਾਂ ਨਹੀਂ। ਜਿਵੇਂ ਬਾਕੀ ਮੈਂ ਤੁਹਾਡੇ ਨਾਲ ਹਾਂ, ਜਿਵੇਂ ਤੁਸੀਂ ਆਂਦੇ ਹੋ ਉਵੇਂ ਕਰ ਲੈਂਦੇ। ਚਲੋ ਬਹਿ ਕੇ ਸਲਾਹ ਕਰ ਲੈਂਦੇ ਆ, ਤਿੰਨੇ ਬੈਠੇ ਆ ਹੁਣ ਇਕੱਠੇ। ਪਹਿਲੇ ਤਾਂ ਕੋਈ ਖਾਣਾ ਸ਼ਾਨਾ ਖਾਣੇ ਆ ਨਾ, ਪੇਟ ਪੂਜਾ ਕਰਦੇ ਆ। ਉਸ ਤੋਂ ਬਾਅਦ ਇਹਨਾਂ ਦੇ ਘਰ ਅਸੀਂ ਆਏ ਆ, ਉਹ ਸਾਨੂੰ ਕੁਛ ਨਾ ਕੁਛ ਦੇਣਗੇ ਨਾ। ਬਾਕੀ ਅੱਲਾ ਖੈਰ ਕਰੇ। ਵੀਵਰਸ ਤੁਸੀਂ ਦੁਆ ਕਰਿਓ ਸਾਡੇ ਵਾਸਤੇ। ਅਲਹਮਦੁਲਿਲਾ, ਅੱਲਾ ਬਾਦ ਸ਼ੁਕਰ ਹੈ ਕਿ ਮੌਸਮ
ਠੀਕ ਹੈ, ਕੋਈ ਟੈਨਸ਼ਨ ਦੀ ਗੱਲ ਕੋਈ ਨਹੀਂ, ਕਿਉਂਕਿ ਕੱਲ ਸਭ ਤੋਂ ਜ਼ਿਆਦਾ ਮੇਨ ਟੈਨਸ਼ਨ ਸੀ ਕਿ ਯਾਰ ਪਤਾ ਨਹੀਂ ਇਹਨੂੰ ਕੀ ਮਸਲਾ ਹੈ, ਕਿਉਂਕਿ ਸਾਨੂੰ ਉਦੋਂ ਪਤਾ ਨਹੀਂ ਸੀ ਕਿ ਇਹਨਾਂ ਕੀ ਹੋਇਆ। ਬਾਕੀ ਅੱਲਾ ਦਾ ਖੈਰੀਅਤ ਰੱਖੇ ਅੱਲਾ ਪਾਕ। ਅਸੀਂ ਹੁਣ ਨਿਕਲਨੇ ਘਰ ਦੀ ਤਰਫ, ਇਨਸ਼ਾਅੱਲਾ ਅਸੀਂ ਤੁਹਾਡੇ ਨਾਲ ਸ਼ੇਅਰ ਵੀ ਜ਼ਰੂਰ ਕਰਾਂਗੇ, ਉਹ ਤੁਹਾਨੂੰ ਦੱਸਾਂਗੇ ਵੀ ਸਹੀ ਸਾਡੇ ਕਿਸ ਤਰ੍ਹਾਂ ਕਿਸ ਹਾਲਾਤ ਵਿੱਚ ਜਾ ਰਹੇ ਹਾਂ।